ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਪੀਪੀਐਸਸੀ ਵੱਲੋਂ ਕੋਆਪਰੇਟਿਵ ਇੰਸਪੈਕਟਰ ਦੀਆਂ ਜਿਹੜੀਆਂ ਹੈਗੀਆਂ ਵੈਕੈਂਸੀਆਂ ਆਊਟ ਹੋ ਚੁੱਕੀਆਂ ਤੇ ਕਾਫੀ ਟਾਈਮ ਤੋਂ ਮੈਂ ਦੱਸ ਹੀ ਰਿਹਾ ਸੀਗਾ। ਨਾਇਬ ਤਹਿਸੀਲਦਾਰ ਦੇ ਨਾਲ ਕੋਆਪਰੇਟਿਵ ਇੰਸਪੈਕਟਰ ਵੀ ਮੈਂ ਨਾਲ ਦੀ ਨਾਲ ਦੱਸਦਾ ਰਿਹਾ, ਈਵਨ ਕਿ ਮੈਂ ਹੁਣ ਨਾਲ ਹੋਰ ਦੱਸ ਰਿਹਾ ਕਿ ਪੀਸੀਐਸ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਜਲਦੀ ਹੀ ਮਿਲ ਸਕਦੀ ਹੈ। ਰਾਈਟ ਹੈ, ਹੋ ਸਕਦਾ ਤੁਹਾਨੂੰ ਇਸੇ ਮੰਥ ਮਿਲ ਜੇ, ਹੋ ਸਕਦਾ ਫਿਰ ਕੋਡ ਆਫ ਕੰਡਕਟ ਤੋਂ ਬਾਅਦ ਮਿਲੇ, ਯਾਨੀ ਕਿ ਆਫਟਰ ਇਲੈਕਸ਼ਨ ਹੋ ਸਕਦਾ। ਬਟ ਹਾਂ, ਉਹ ਵੀ ਯਾਨੀ ਕਿ ਵੈਕੈਂਸੀ ਆਊਟ ਹੋਣ ਵਾਲੀ ਹੈ ਐਂਡ ਈਵਨ ਕਿ ਪੀਸੀਐਸ ਦੇ ਵਿੱਚ ਜੋ ਵੈਕੈਂਸੀਜ਼ ਹੋਣਗੀਆਂ ਉਹ ਪਿਛਲੇ ਨਾਲੋਂ ਜ਼ਿਆਦਾ ਹੋਣਗੀਆਂ। ਰਾਈਟ, ਇਹ ਖਬਰ ਫਿਲਹਾਲ ਹੈ, ਬਾਕੀ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ। ਚਲੋ ਫਿਲਹਾਲ ਕੋਆਪਰੇਟਿਵ ਇੰਸਪੈਕਟਰ ਦੀ ਵੈਕੈਂਸੀਆਂ ਆਊਟ ਹੋ ਚੁੱਕੀਆਂ। ਸੋ ਸਭ ਨੂੰ ਪਹਿਲਾਂ ਤਾਂ ਇਹ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਉਹਨਾਂ ਵਾਸਤੇ ਹੁੰਦੀ ਹੈ ਜਿਹੜੇ ਵੇਟ ਕਰਦੇ ਇਹੋ ਜਿਹੇ ਵੈਕੈਂਸੀਆਂ ਦੀ, ਕਿਉਂਕਿ PSSB ਕਲਰਕ ਆਲਰੇਡੀ ਰਨਿੰਗ ਕੋਰਸ ਹੈ ਜਿਹੜਾ ਚੱਲ ਰਿਹਾ ਹੈਗਾ, ਤੁਸੀਂ ਉਹਦੀ ਤਿਆਰੀ ਕਰ ਹੀ ਰਹੇ ਹੋਗੇ। ਰਾਈਟ, ਐਂਡ ਇਸ ਤੋਂ ਪਹਿਲਾਂ ਜਿੰਨੇ ਵੀ ਪੇਪਰ ਹੋਏ ਆ, ਕਾफ़ी ਪੇਪਰ ਜਿਹੜੇ ਹੈਗੇ ਉਹ ਸਕਸੈਸਫੁਲ ਵੀ ਗਏ ਐਂਡ ਕਾफ़ੀ ਪੇਪਰ ਜੋ ਸਕਸੈਸਫੁਲ ਨਹੀਂ ਹੋਏ। ਚਲੋ ਕੋਈ ਚੱਕਰ ਨਹੀਂ, ਬਟ ਹਾਂ ਕੋਆਪਰੇਟਿਵ ਇੰਸਪੈਕਟਰ ਹੁਣ ਮੋਸਟ ਪ੍ਰੋਬੇਬਲੀ ਚਾਂਸ ਇਹਦੇ ਹੈਗੇ ਆ ਕਿ ਆਫਟਰ ਇਲੈਕਸ਼ਨ ਹੀ ਹੋਵੇ। ਕਾਰਨ ਕੀ ਹੈ? ਕਿਉਂਕਿ 1 ਜਨਵਰੀ 2022 ਤੱਕ, ਯਾਨੀ ਕਿ ਇਹਦੇ ਮੈਨੂੰ ਲੱਗਦਾ ਹਜੇ ਫਾਰਮ ਵਗੈਰਾ ਹੀ ਚੱਲਣਗੇ। ਲਾਸਟ ਡੇਟ ਹਾਲਾਂਕਿ ਇਹਦੀ 22 ਤਰੀਕ ਹੈ, 22 ਦਸੰਬਰ, ਪਰ ਜੋ ਹਾਰਡ ਕਾਪੀ ਵਗੈਰਾ ਭੇਜਣੀ ਹੈ ਜਿਨ੍ਹਾਂ ਨੇ, ਤਾਂ ਉਹਨਾਂ ਦੀ 1 ਜਨਵਰੀ ਤੱਕ ਦੇ ਰੱਖੀ ਹੈ। ਰਾਈਟ ਹੈ, ਸੋ ਕਹਿਣ ਦਾ ਮਤਲਬ ਮੋਸਟ ਪ੍ਰੋਬੇਬਲੀ ਉਸ ਤੋਂ ਬਾਅਦ ਕੋਡ ਆਫ ਕੰਡਕਟ ਹੈ ਤੇ ਫਿਰ ਆਫਟਰ ਇਲੈਕਸ਼ਨ ਦਾ ਪੇਪਰ ਆਪਾਂ ਐਕਸਪੈਕਟ ਕਰ ਸਕਦੇ ਹਾਂ। ਬਾਕੀ ਫਿਰ ਵੀ ਤਿਆਰੀ ਤਾਂ ਆਪਾਂ ਉਦੋਂ ਤੋਂ ਹੀ ਕਰਨੀ ਹੈ ਜਦੋਂ ਤੋਂ ਆਪਾਂ ਨੋਟੀਫਿਕੇਸ਼ਨ ਦੇਖ ਲੈਂਦੇ ਹਾਂ, ਜਾਂ ਨੋਟੀਫਿਕੇਸ਼ਨ ਦਾ ਮੈਂ ਤਾਂ ਈਵਨ ਕਿ ਇਸ ਤੋਂ ਪਹਿਲਾਂ ਵੀ ਕਹਿੰਦਾ ਰਹਿਣਾ ਕਿ ਤੁਸੀਂ ਪੜ੍ਹਾਈ ਪਰ ਜਾਰੀ ਰੱਖੋ, ਪੇਪਰ ਨੋਟੀਫਿਕੇਸ਼ਨ ਆਉਣਗੇ। ਇਸ ਤੋਂ ਪਹਿਲੇ ਇੱਕ ਵੀਡੀਓ ਵੀ ਪਾਈ ਸੀ ਮੈਂ, ਯਾਦ ਰੱਖੋ, ਪਟਵਾਰੀ ਮੇਨਸ ਤੋਂ ਬਾਅਦ ਮੈਂ ਵੀਡੀਓ ਪਾਈ ਸੀ ਕਿ ਆਹ ਵੈਕੈਂਸੀਆਂ ਹਜੇ ਪਈਆਂ ਬਹੁਤ ਸਾਰੀਆਂ, FCI ਦੇ ਵਿੱਚ ਵੀ ਆਉਣਗੀਆਂ, ਫੂਡ ਇੰਸਪੈਕਟਰ ਵਗੈਰਾ। ਰਾਈਟ ਹੈ, ਚਲੋ ਖੈਰ, ਤਾਂ ਪੜ੍ਹਦੇ ਰਹੋ ਭਾਈ। ਇਹ ਕਰੋਨਾ ਕਾਲ ਦੇ ਵਿੱਚ ਕਹਿ ਲਓ ਜਾਂ ਥੋੜ੍ਹਾ ਜਿਹਾ ਜੋ ਸਰਕਾਰ ਦੇ ਵਿੱਚ ਹੋਇਆ ਉਹਦੇ ਕਰਕੇ ਥੋੜ੍ਹਾ ਜਿਹਾ ਇਹ ਪੇਪਰ ਵਗੈਰਾ ਡਿਲੇ ਹੋ ਗਏ, ਨਹੀਂ ਵੈਕੈਂਸੀਆਂ ਤਾਂ ਬਹੁਤ ਹਜੇ ਵੀ ਪਈਆਂ। ਰਾਈਟ, ਤਾਂ ਹੁਣ ਇਹਨਾਂ ਦੀ ਥੋੜ੍ਹੀ ਜਿਹੀ ਡਿਟੇਲ ਹੈ ਜਿਹੜੀ ਕਿ ਹਾਲਾਂਕਿ ਬਹੁਤ ਨੋਟੀਫਿਕੇਸ਼ਨ ਹੈ ਜਿਹੜੀ ਮੈਂ ਟੈਲੀਗ੍ਰਾਮ ਤੇ ਸ਼ੇਅਰ ਕਰਤੀ, ਤੁਸੀਂ ਵੀ ਪੜ੍ਹ ਲਈ ਹੋਊਗੀ। ਗੱਲਾਂ ਬਾਤਾਂ ਸਾਰੀਆਂ ਸੇਮ ਹੀ ਹੁੰਦੀਆਂ, ਤੁਸੀਂ ਇੰਨੇ ਜ਼ਿਆਦਾ ਫਾਰਮ ਭਰਦੇ ਹੋ, ਬਟ ਫਿਰ ਵੀ ਕਾਫੀ ਜਣੇ ਕਹਿੰਦੇ ਕਿ ਇੱਕ ਵਾਰੀ ਵੀਡੀਓ ਪਾ ਦਿਓ, ਦੱਸ ਦਿਓ ਕੀ ਗੱਲਾਂ ਬਾਤਾਂ ਸਾਰੀਆਂ ਹੈਗੀਆਂ। ਇੰਟਰੋਡਕਸ਼ਨ ਦੇ ਵਿੱਚ ਤਾਂ ਪੋਸਟ ਬਾਰੇ ਦੱਸਿਆ ਹੋਊਗਾ, ਰਿਜ਼ਰਵੇਸ਼ਨ ਆਫ ਦਾ ਪੋਸਟ ਹੋਗਾ, ਤੁਹਾਨੂੰ ਪਤਾ ਆਪਦੀ ਕੈਟਾਗਰੀ ਸਾਰਿਆਂ ਨੂੰ ਪਤਾ ਹੋਊਗਾ। ਇਨੀਸ਼ੀਅਲ ਪੇ ਜੋ ਸੈਲਰੀ ਹੈ 35,400 ਹੈ। ਰਾਈਟ ਹੈ, ਹੁਣ ਤੁਹਾਨੂੰ ਪਤਾ ਕਿ ਜਿਹੜਾ ਪੇਮੈਂਟ ਜੋ ਯਾਨੀ ਕਿ ਕਰਨ ਦਾ ਤਰੀਕਾ ਉਹ ਬਦਲ ਚੁੱਕਿਆ, ਯਾਨੀ ਉਹ ਪ੍ਰੋਬੇਸ਼ਨ ਪੀਰੀਅਡ ਵਾਲਾ ਗੱਲ ਖਤਮ ਹੈ ਹੁਣ। 35,400 ਉਸ ਤੋਂ ਬਾਅਦ ਫਿਰ ਵਧੀਆ ਤਨਖਾਹ ਤੁਹਾਡੀ ਬਣ ਜਾਣੀ ਹੈ। ਕੁਆਲੀਫਿਕੇਸ਼ਨ ਆਪਾਂ ਦੇਖ ਲੈਂਦੇ ਇੱਕ ਵਾਰੀ, ਦੇਖੋ ਤਾਂ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਉਹ ਬੈਚਲਰ ਡਿਗਰੀ ਔਰ ਇਕੁਇਵਲੈਂਟ ਇਨ ਐਨੀ ਸਟਰੀਮ, ਯਾਨੀ ਕਿ ਹੁਣ ਕੋਈ ਵੀ ਹੈ ਜਿਹੜਾ ਉਹ ਭਰ ਸਕਦਾ ਹੈਗਾ। ਗ੍ਰੈਜੂਏਟ ਵਿਦ 60% ਮਾਰਕਸ ਇਨ ਐਨੀ ਸਟਰੀਮ। ਰਾਈਟ ਹੈ, ਬਸ ਉਹੀ ਚੀਜ਼ ਹੈ ਕਿ ਤੁਹਾਨੂੰ ਇੱਥੇ 60% ਦਾ ਇਹਨਾਂ ਨੇ ਦੇਤਾ, ਜਿਹੜਾ ਕਿ ਪਿਛਲੇ ਵਾਰ ਵੀ ਸੀਗਾ। ਸੋ ਕੋਈ ਚੇਂਜ ਨਹੀਂ ਹੈਗਾ ਨੋਟੀਫਿਕੇਸ਼ਨ ਦੇ ਵਿੱਚ। ਜੇਕਰ ਤੁਸੀਂ 2018 ਦੇ ਵਿੱਚ ਵੀ ਆਪਾਂ ਇੱਕ ਕੋਆਪਰੇਟਿਵ ਇੰਸਪੈਕਟਰ ਹੋ ਗਿਆ, ਐਕਸਾਈਜ਼ ਇੰਸਪੈਕਟਰ ਹੋ ਗਿਆ, ਇਹਨਾਂ ਬਾਰੇ ਬਹੁਤ ਪੜ੍ਹਿਆ ਸੀਗਾ। ਸੋ ਉਦੋਂ ਵੀ ਜਿਹੜੀ ਇਹਦੇ ਵਿੱਚ ਐਲੀਜੀਬਿਲਟੀ ਸੀਗੀ ਉਹ ਗ੍ਰੈਜੂਏਸ਼ਨ ਸੀਗੀ ਇਨ ਐਨੀ ਸਟਰੀਮ ਐਂਡ 60% ਉਹਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਸੀ। ਸੋ 60% ਇਹਦੇ ਵਿੱਚ ਵੀ ਆ। ਇਸ ਤੋਂ ਬਾਅਦ ਕੰਪਿਊਟਰ ਕੋਰਸ ਆ ਜਿਹੜਾ ਤੁਹਾਨੂੰ 120 ਘੰਟੇ ਵਾਲਾ, ਉਹ ਐਜ਼ ਇਟ ਇਜ਼ ਸਾਰਾ ਕੁਝ ਉਹੀ ਆ, ISO ਸਰਟੀਫਾਈਡ। ਸੋ ਕੋਈ ਚੱਕਰ ਵਾਲੀ ਗੱਲ ਇਹਦੇ ਵਿੱਚ ਨਹੀਂ ਹੈਗੀ। ਰਾਈਟ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪੰਜਾਬ ਦੇ ਹੋ ਤਾਂ ਫਿਰ ਪੰਜਾਬੀ ਤੁਹਾਡੀ ਹੋਣੀ ਚਾਹੀਦੀ ਹੈ। ਜੇ ਆਊਟ ਆਫ ਸਟੇਟ ਵੀ ਹੋ ਤਾਂ ਵੀ ਤੁਹਾਡੀ ਪੰਜਾਬੀ ਮੈਟ੍ਰਿਕੂਲੇਸ਼ਨ ਦੇ ਵਿੱਚ ਬਣਨੀ ਤੈਅ ਆ। ਰਾਈਟ, ਸੋ ਹੋਣੀ ਚਾਹੀਦੀ ਹੈ ਪੰਜਾਬੀ, ਵਨ ਆਫ ਜੋ ਕੰਪਲਸਰੀ ਸਬਜੈਕਟ ਹੈ। ਰਾਈਟ, ਇਸ ਤੋਂ ਬਾਅਦ ਤੁਹਾਡਾ ਜੋ ਵੀ ਇਹਦੇ ਵਿੱਚ ਸਾਰਾ ਕੁਝ ਹੈਗਾ। ਇਸ ਤੋਂ ਬਾਅਦ ਏਜ ਆ ਜਿਹੜੀ ਤੁਹਾਡੀ ਉਹ 37 ਸਾਲ ਤੱਕ। ਓਬਵੀਅਸ ਗੱਲ ਹੈ, ਇਹ 1 ਜਨਵਰੀ 2021 ਤੱਕ ਇਹਨਾਂ ਨੇ ਏਜ ਜਿਹੜੀ ਕਹਿ ਰੱਖੀ ਹੈ। ਰਾਈਟ, ਤੇ ਇਸ ਤੋਂ ਬਾਅਦ 45 ਸਾਲ ਜਿਹੜੇ ਬਾਕੀ ਰਿਲੈਕਸੇਸ਼ਨ ਵਗੈਰਾ ਆ ਜਾਂਦੀ ਹੈ। 42 ਸਾਲ ਸ਼ਡਿਊਲ ਕਾਸਟ ਤੇ ਜੋ BC ਹੈ। ਰਾਈਟ, ਬੈਕਵਰਡ ਹੋ ਗਏ। ਰਾਈਟ, ਉਸ ਤੋਂ ਬਾਅਦ ਆ ਗਿਆ ਤੁਹਾਡਾ ਭਾਈ ਜਿਹੜਾ ਹੈਗਾ ਸਾਰਾ ਕੁਝ ਏਜ ਤੋਂ ਬਾਅਦ ਆ ਗਏ ਸਬਜੈਕਟ। ਰਿਟਨ ਕੰਪੀਟੀਟਿਵ ਐਗਜ਼ਾਮ, ਯਾਨੀ ਕਿ ਉਹੀ MCQ ਬੇਸਡ ਤੁਹਾਡੇ ਕੁਐਸਚਨ ਹੋਣੇ ਆ। ਰਾਈਟ, 120 ਕੁਐਸਚਨ ਹੈ। ਰਾਈਟ ਹੈ, 120 ਕੁਐਸਚਨ ਹੈ ਤੇ 480 ਨੰਬਰ ਦਾ ਤੁਹਾਡਾ ਹੋ ਜਾਣਾ। ਇਹਦੇ ਵਿੱਚ ਥੋੜਾ ਜਿਹਾ ਚੇਂਜ ਆਏਗਾ, ਪਹਿਲਾਂ ਰੀਜ਼ਨਿੰਗ ਦੇ ਕੁਐਸਚਨ ਜ਼ਿਆਦਾ ਸੀਗੇ ਤੇ GK ਦੇ ਕੁਐਸਚਨ ਘੱਟ ਸੀਗੇ। ਰਾਈਟ, 80 ਕੁਐਸਚਨ ਰੀਜ਼ਨਿੰਗ ਦੇ ਸੀਗੇ ਤੇ ਸ਼ਾਇਦ ਮੇਬੀ 100 ਕੁਐਸਚਨ ਸੀਗਾ ਤੇ 40 ਕੁਐਸਚਨ ਮੈਨੂੰ ਲੱਗਦਾ ਜਿਹੜੇ ਸੀਗੇ ਉਹ ਤੁਹਾਡੇ GK ਦੇ ਸੀ। ਹੁਣ ਉਲਟ ਹੋ ਗਿਆ ਉਹ। ਰਾਈਟ, ਹੁਣ ਥੋੜਾ ਜਿਹਾ ਪੈਟਰਨ ਚੇਂਜ ਹੋਏਗਾ। ਲੈਵਲ ਦੇ ਵਿੱਚ ਕੋਈ ਚੇਂਜ ਨਹੀਂ ਹੋਊਗਾ। ਲੈਵਲ ਮੈਂ ਪਹਿਲਾਂ ਹੀ ਦੱਸਿਆ ਕਿ ਲੈਵਲ ਆਪਣਾ ਹਾਈ ਕਰਕੇ ਚੱਲੋ। PPSC ਜੇਕਰ ਪੇਪਰ ਲੈ ਰਹੀ ਹੈ ਤਾਂ ਮੈਂ ਕਾਫੀ ਸਟੂਡੈਂਟ ਦੇਖਦਾ, ਨਾਇਬ ਤਹਿਸੀਲਦਾਰ ਦੇ ਪ੍ਰੈਕਟਿਸ MCQ ਕਰਵਾਉਣਾ ਹੁੰਦਾ, ਇੱਕ ਕੋਰਸ ਚਲਾ ਰੱਖਿਆ ਹੈਗਾ, ਉਹਦੇ ਵਿੱਚ ਜੋ ਕੁਐਸਚਨਾਂ ਦਾ ਲੈਵਲ ਹੈ ਤੁਸੀਂ ਬਾਕੀ ਪੇਪਰਾਂ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੋ, ਬਹੁਤ ਫਰਕ ਹੈ। ਪੜ੍ਹਨਾ ਪਊਗਾ ਉਵੇਂ, ਕਿਉਂਕਿ ਨਾਇਬ ਤਹਿਸੀਲਦਾਰ ਹੋ ਗਿਆ ਜਾਂ ਕੋਆਪਰੇਟਿਵ ਇੰਸਪੈਕਟਰ ਹੋ ਗਿਆ, ਇਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਉਹ ਹੋਣਗੇ ਜਿਹੜੇ ਆਲਰੇਡੀ ਕਿਸੇ ਨਾ ਕਿਸੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਪਹਿਲਾਂ ਕਰ ਰਹੇ ਆ, ਜਾਂ ਕਿਸੇ ਨਾ ਕਿਸੇ ਉਹ ਯਾਨੀ ਕਿ ਰਿਕਰੂਟਮੈਂਟ ਪ੍ਰੋਸੈਸ ਉਹਨਾਂ ਨੇ ਕਲੀਅਰ ਕਰ ਰੱਖਿਆ, ਜਾਂ ਉਹ ਆਪਣੀ ਕੋਈ ਪੋਸਟ ਲੈ ਰੱਖੀ ਆਲਰੇਡੀ, ਕੋਈ ਕਲੈਰੀਕਲ ਲੈਵਲ ਤੇ, ਕੋਈ ਯਾਨੀ ਕਿ ਸਰਕਾਰੀ ਬੰਦੇ ਆ।
यानी उन्होंने पहले ही बहुत वधिया तैयारी कर रखी है। सो ऑलमोस्ट ये होंगे तो जां फिर वो होंगे जिन्होंने PCS की तैयारी करनी है या UPSC की तैयारी कर रहे हैं, जिन्हों का प्रीलिम्स क्लीयर होया हुआ या मेन्स पेपर दे रहे हैं या इंटरव्यू दित्तियां हुई। सो काफ़ी ये ऐ कह लो भी कंपीटिशन, हालांकि नंबर ऑफ स्टूडेंट ये घट होंगे 60% करके, पर नंबर ऑफ स्टूडेंट घट का मतलब ये नहीं भी कंपीटिशन भी घट होगा, कंपीटिशन बाकी पेपरों नालों ज़्यादा होगा, क्योंकि ये सारे उही होंगे जिन्होंने कोई ना कोई पोस्ट लै रखी होंगी है, तो फिर ऐ कह लो भी जिन्होंने सिर्फ इंस्पैक्टर लैवल की तैयारी करते भी असीं भाई छोटी पोस्ट पर जाना नहीं, राइट है। सो थोड़ा जिहा उस ध्यान के नाल सोचना। सो लॉजिकल रीजनिंग एंड मैंटल एबिलिटी तुहाडा हो गया 40, तो यह 4 नंबरों का एक क्वेश्चन है, सो 160 का हो गया। तो इस तो बाद तुहाडे क्वेश्चन फ्रॉम जनरल नॉलेज एंड करंट अफेयर ऑफ नैशनल एंड इंटरनैशनल इंपोर्टेंस सेम एज इट इज़ जिवें नायब तहसीलदार दा गा। एंड मैं मानदा कि नायब तहसीलदार ते कोऑपरेटिव इंस्पैक्टर दे विच जो पेपर का लैवल होगा वो बहुत घट यानी कि फर्क होगा, वधिया इन्हां दा दोनों का पेपर वधिया होने के चांस है पूरे। तो 80 क्वेश्चन हो गए तो 320 मार्क्स के, यानी कि टोटल जोड़े तुहाडे 120 क्वेश्चन 480 मार्क्स के हो गए, राइट है। सो इन्नी क जिहड़ी हैगी डिटेल है तुहाडी, उही कुछ लिख रखा कि 4 नंबरों का जिहड़ा तुहाडा एक क्वेश्चन होगा, तो नैगेटिव मार्किंग है जी भाई वो 1 यानी कि 1/4 हो जूगी, राइट है। इस तो बाद तुहाडा होर जो जरूरी तुहाडे वास्ते हैगा कि टैसट की जो ड्यूरेशन टाइम पीरियड है वो 2 घंटे का होगा भाई। सिलेबस ऑफ द रिटन जिहड़ा तुहाडा हैगा क्वेश्चन पेपर विल बी बेस्ड ऑन द, चलो ये गल्लां बातां सारियां उही है, मैं तुहानूं दस्सी जाना कि देखने की लोड़ भी नहीं, सारा कुछ उही है, कोई बड़ी वड्डी गल इहदे विच नहीं हैगी, राइट हो गया। तो दिस एग्जामिनेशन पेन एंड पेपर बेस्ड टेस्ट टू बी आंसर्ड ऑन स्पैसिफिकली, चलो जो भी है OMR शीट तुहानूं दित्ती जाऊगी, यानी कि ऑनलाइन पेपर नहीं हैगा, ऑफलाइन पेपर है, राइट हो गया। तो इस तो बाद तुहाडा एलिजिबिलिटी ऑफ एंड ਸਕਰੂਟ, चलो ये कोई चक्कर वाली गल नहीं हैगी, तुहाडे वास्ते कोई बड़ी ज़्यादा इंपॉर्टेंट नहीं हैगी, राइट हो गया। इस तो बाद जेकर आप गल करिए, यानी ये उन्होंने वास्ते जरूर इंपॉर्टेंट है जिन्होंने को रिलैक्सेशन कोई ना कोई हैगी आ। सो अपनी नोटिफिकेशन पूरी डिटेल के पढ़ लेना, हालांकि जिन्होंने रिलैक्सेशन मिलती है वो इसे प्रोसैस के लंघे होंगे, उन्होंने हरेक पेपर भरया होंगे, उन्होंने उन्होंने चीज़ों का डिटेल में ज़्यादा पता हो। एक चीज़ होर कि इस तो बाद कोई इंटरव्यू हैगी है या नहीं, दैन नो इंटरव्यू शैल बी कंडक्टेड फॉर सिलैक्शन टू दीज पोस्ट, यानी कोई भी पोस्ट नहीं हैगी, इंटरव्यू नहीं हैगी। इस तो बाद तुहाडी यानी कि ऐ कह लो भी पेपर निकल गया तो उस तो बाद सीधा सिलैक्शन है, राइट है। सो मैं फिर कह रहा कि यह पेपर तुहाडा ड्रीम जॉब भी हो सकती है, ड्रीम पोस्ट हो सकती है, यह तुहाडे वास्ते ऐ कह लो तुहाडे ईवन कि मेरे वास्ते भी, कि जिवें पटवारी वेले मैं एक वादा किया कि पटवारी एक इहो जी पोस्ट है जिहड़ी कि मेरी ड्रीम पोस्ट है, राइट है। यानी पटवारी का जिहड़ा मैं जो भी कोर्स वगैरह क्रिएट किए या जो भी लैक्चर वगैरह उदों किन्ने पाए देख लो, यूट्यूब पर भी पाए या एप्लीकेशन पर भी आप किए, तो मैं वो मूहरे ड्रीम लिखा सीगा। उहदा कारण की सीगा कि मैनूं पता कि ये अपनी सिलैक्शन बहुत ज़्यादा होनी है एंड हुई भी है, राइट है। सो कहने का मतलब सिर्फ इन्ना ही है कि जदों तुसीं एक ट्रैक नूं फड़ लिया एंड वो ट्रैक सही है, तुसीं बस ये ना सोचो कि पेपर कदों आऊगा या पेपर कदों होना है। हुण भी कमेंट करके ना पूछो कि सर पेपर कदों होने के चांस है, मैं फिर कह रहा हाँ कि कुछ नहीं कह सकते, राइट। पर हाँ इन्ना जरूर है कि आपां नूं इन्ना पता लग गया कि 1 जनवरी 2022 तक तो डॉकूमेंट वेरीफिकेशन वगैरह होणगियां, जिहड़े डॉकूमेंट जाणगे तुसीं एलिजिबल हो या नहीं हो। काफ़ी जाने की जिहड़ी इनएलिजिबल होणगे डॉकूमेंट, वो ऑबवियस गल है ना, फार्म वगैरह रिजैक्ट होणगे। सो 1 जनवरी तक आ गया, उस तो बाद कोड ऑफ कंडक्ट तुहानूं ऑबवियस गल है, तो पेपर उस तो बाद चांस हो ज़्यादा है, राइट। सो टाइम तो तुहानूं मिल रहा, पहला पेपर मैनूं लगदा भी जिहड़ी नोटिफिकेशन वधिया टाइम ते आई है, प्रॉपर सिलेबस टाइम ते आया, तो तुहानूं टाइम प्रॉपर मिल रहा है। इस तो पहले नायब तहसीलदार वाला सीगा जिहदे विच प्रॉपर टाइम मिलिया, पटवारी कह लो, एक्साइज पेपर कह लो, SI कह लो, कांस्टेबल कह लो, जां तुहाडे आह जिहड़ा PSSB क्लर्क वाला, चलो ये मैं मानदा कि ये अनएक्सपैक्टेड रहे है, बिल्कुल टाइम की भी आपां नूं ये रही है कि पता नहीं टाइम किन्ना क देणगे या नहीं देणगे, आपां नूं नहीं पता। पर ये विच जरूर है कि प्रॉपर तुहाडे कोल टाइम हैगा, प्रॉपर तुहाडे कोल हुण शेड्यूल है, तुसीं अपना चुप करके जिन्ने भी पिछले पेपर चाहे कैंसल हो गए, पिछले पेपर चाहे वधिया हो गए घटिया हो गए, पर अपना प्रॉपर तरीके दे नाल हुण अपना एक टाइम टेबल सैट करके डेली वेजिज का तुसीं प्रॉपर तरीके दे नाल पढ़ सकते हो एंड पेपर नूं क्रैक कर सकते हो, ये गल डेफिनेट है, राइट। चलो खैर, सो इस तो बाद उही गल है भी नैशनैलिटी, चलो ये सारा कुछ सेम ही है। इस तो बाद तुहाडी आह आ गई भाई कि न्यू रजिस्ट्रेशन जिहड़ी तुसीं करनी है स्टैप पहले दी, उहदी लास्ट डेट है जिहड़ी वो 22/12/2021 तक है। सो प्लीज़ इहनूं नोट कर लो कि 22/12 तो पहली गल तो 22 तरीक की वेट ही नहीं करनी। अज जो तुसीं ऐ कह लो भी जिवें अगले 15 दिनों तक, अगले सॉरी अज कितनी तरीक है, 2 तरीक है ना, तो अगले तुसीं ऐ कह लो भी 10 दिनों के तुसीं प्लीज़ जरूर चीज़ है जिहड़ी फार्म भर लेना, लास्ट डेट तक ना मुड़ के कहने वैबसाइट नहीं चलती फलाना नहीं, ठीक है। उस तो बाद देखो आ देखो जिहड़ी तुहाडी फीस है, ठीक है, चलान, अच्छा ये चलान नाल करती इन्होंने फीस, ठीक है।
ओके है ड्यूरिंग बैंकिंग आवर्स, ठीक है, तो 29/12/2001 तक हो गया, राइट। सो देख लो जनवरी तो आ ही गया, राइट हो गया। तो इस तो बाद तुहाडा जो है सबमिशन ऑफ प्रिंटेड कॉपी ऑफ एप्लीकेशन फॉर्म, द कैंडिडेट्स आर नॉट रिक्वायर्ड टू सेंड हार्ड कॉपी ऑफ द ऑनलाइन एप्लीकेशन फॉर्म टू द ऑफिस ऑफ पंजाब पब्लिक सर्विस कमीशन, कोई भेजने की लोड़ नहीं हैगी, राइट है। हाउएवर कैंडिडेट्स अप्लाइंग अंडर स्पोर्ट्स कैटेगरी, जेडी स्पोर्ट्स कैटेगरी है, विल सेंड अ हार्ड कॉपी ऑफ ऑनलाइन एप्लीकेशन फॉर्म अलॉन्ग विद स्पोर्ट्स ग्रेजुएशन ग्रेडेशन सर्टिफिकेट विद अदर सर्टिफिकेट रिलेटेड टू द स्पोर्ट, यानी कि ਜਿਹੜੇ इस कैटेगरी ਦੇ ਵਾਲੇ ਉਹਨਾਂ ਨੂੰ हार्ड कॉपी भेजनी पैनी है 31/1/2022 तक, राइट हो गया। इस तो बाद जेकर मैं गल करा ओके देखो फार्म तो फिर उस बाद पेपर आऊगा है ना, सैल्फ जो हो गया तो सैल्फ अटैस्टेड सर्टिफिकेट। चलो ये प्रॉपर डिटेल पढ़ लेनी है, हजे मैं भी इन्हू ध्यान के नाल पढ़ूंगा। फिलहाल मैं नोटिफिकेशन तो देनी सी कि भाई आ चुकी है, हालांकि मैं टैलीग्राम ते सवेरे ही पाती सी, घर दे विच थोड़ा जिहा विआह दा माहौल सीगा, सिस्टर का विआह सीगा, सो उस करके 2-3 दिनों का गैप पै गया, तो हुण आपां प्रॉपर इस तरीके दे नाल करांगे, राइट है। सो मेरे हिसाब दे नाल तुहानूं प्रॉपर जिहड़ी नॉलेज आ इस चीज़ की मिल गई होनी है। बाकी होर भी डिटेलां जिहड़ियां फीस दी डिटेल भाई अपनी अपनी फीस देख लो। SC ST 750, एक्स सर्विसमैन ऑफ पंजाब स्टेट ओनली 500 होगी, इकनॉमिकली वीकर है जिहड़ी EWS हो गया तुहाडा ये 500 हो गया, एंड ऑल अदर कैटेगरी जनरल जो भी है, तो स्पोर्ट्स परसन ऑफ पंजाब एंड वार्ड्स ऑफ फ्रीडम फाइटर्स पंजाब 1500, ठीक है। चलो खैर फीसा हो गया भाई, ठीक है। सो मेरे हिसाब के तुहानूं सारी जानकारी जिहड़ी इत्थे मिल गई होनी है। हुण जानकारी जिहड़ी चाहिदी है तुहानूं कि भाई इहदे वास्ते पढ़ना की है जां की गल्लां बातां हैगियां, राइट है। तो सब तो पहले तो मैं दस दिना कि रेस अकैडमी ऑफिशियल, राइट है, प्ले स्टोर पर जाके तुसीं ये सीधा जिहड़ी हैगी भाई सर्च करनी है एंड तुसीं इंस्टॉल कर लेना इस एप्लीकेशन नूं। इहदे विच तुहानूं कोऑपरेटिव इंस्पैक्टर का भी कोर्स मिल जूगा, हालांकि हजे लॉन्च नहीं किया, बट हाँ इस वीडियो तो बाद हो सकता तुहानूं उत्थे लॉन्च होया मिल जे। अज ईवनिंग तक, यानी कि अज 2 तरीक है, अज ईवनिंग तक मैं जस्ट पहुंचा सीगा, हुण सर मैं वीडियो पाई है कि चलो मैं एक बार इहदी जानकारी दे दा, बट हजे शाम तक ये मैं प्रॉपर प्लान करूँगा, प्रॉपर दसूँगा एक वीडियो बना के होर कि किवें किवें इहदे विच पढ़ाया जाऊगा। एक मैं हाँ जरूर तुहानूं जानकारी दे देना कि इस तो पहलां तुसीं बहुत सारी वीडियोज़ मेरियां देखियां होणगीਆਂ जां तुसीं आउण वालियां वीडियोज़ देख भी सकदे हो, राइट है। एक तो एप्लीकेशन तुसीं इंस्टॉल करनी है, जिन्हां कोले आईफोन है, आईफोन जिहड़े जिन्हां कोले हैगा ओह क्लास प्लस इंस्टॉल कर सकदे आ। क्लास प्लस इंस्टॉल करके उस तो बाद एक ऑर्गेनाइजेशन कोड है जिहड़ा तुसीं फिल करना गा उत्थे MHWIH, राइट है। सो हुण जानकारी उन्हां वास्ते जिहड़े इस दी स्टडी करना चाहुंदे ने, जां कह लो भी इस ते प्रॉपर जानकारी लेना चाहुंदे ने। देखो सीधी जी गल है, तुहाडी रीजनिंग है, रीजनिंग हालांकि मैं बुक लिस्ट अलग भी एक वीडियो बना के पा दूंगा। रीजनिंग तुहाडे कोल जो मर्जी बुक है, जे RS अग्रवाल हैगी आ तो RS अग्रवाल ले लो, ठीक है, यानी इस तो कर लो, ठीक है। 40 नंबरों की है रीजनिंग, बस इस तो बाहर कुछ करने की होर लोड़ नहीं। जे RS अग्रवाल नहीं है कि दुनिया जहान की तुहाडे कोल रीजनिंग की कोई भी बुक है, बस एक ही बुक वार वार उहदी प्रैक्टिस कर लो। अपनी बुक हैगी तो अपनी बुक तो प्रैक्टिस कर लो, पर इस तो बाहर जाण की लोड़ नहीं हैगी, बस इन्ना मोर दैन इनफ है। इनू पी जो भी यानी कि 40 नंबर के 40 नंबर जो 40 नंबर मेरे आने चाहिए, ਜਿਹੜੇ इस चो मार्क आ गए पेपर तो पिछे रह जाएंगे बहुत ज़्यादा, राइट। इस तो बाद तुहाडी जीके है, जीके दे विच हुण अज तो ये प्रोमिस अपने अपना कर लो कि मैं जो करंट अफेयर करने वो डेली करने हैं, करंट अफेयर करने वो डेली करने एंड जिथों भी करने बस उत्थों ही करने। करंट अफेयर के अपने मैगजीन भी आउंदे आ। हुण जदों मैं कोर्स बारे डिटेल दसूँगा, मैं थोड़ा जिहा उपरों भी दस देना कि जदों मैं कोर्स क्रिएट करूँगा अपने करंट अफेयर के मैगजीन मैं ਜਿਹੜੇ अदर स्टूडेंट आ उन्होंने भी दिना, ਜਿਹੜੇ कोर्स ਦੇ ਵਿੱਚ ਹੋਣਗੇ ਉਹਨਾਂ ਨੂੰ ਮੈਗਜ਼ੀਨ ਮਿਲਣਗੇ, ਰਾਈਟ। ਅਤੇ ਇੱਕ ਚੀਜ਼ ਹੋਰ ਕਿ ਡੇਲੀ ਕਰੰਟ ਅਫੇਅਰ ਤੁਹਾਡੇ ਹੁਣ ਲੱਗਣਗੇ, ਯਾਨੀ 1 ਦਸੰਬਰ 2021 ਤੋਂ ਜਦੋਂ ਇਹ ਰਿਕਰੂਟਮੈਂਟ ਦਾ ਆਪਾਂ ਨੂੰ ਪਤਾ ਲੱਗਿਆ 1 ਦਸੰਬਰ 2021 ਤੋਂ ਲੈ ਕੇ ਜਦੋਂ ਤੱਕ ਇਹ ਪੇਪਰ ਨਹੀਂ ਹੁੰਦਾ ਉਦੋਂ ਤੱਕ ਦੇ ਕਰੰਟ ਅਫੇਅਰ ਹੀ ਕਰਨੇ ਆ, ਯਾਨੀ 3 ਜਾਂ 4 ਮਹੀਨੇ ਜਿੰਨੇ ਵੀ ਬਣਨਗੇ ਜਦੋਂ ਪੇਪਰ ਹੋਊਗਾ उन्ने ही आप करंट अफेयर करने, उस तो उत्ते करंट अफेयर नहीं करने, पर जिन्ने करने वो डेली बेसिस पे करने। ये नहीं हैगा कि मैं जी 1 महीने के पिछले इकट्ठे कर लूँगा, कदे नहीं एवें सोचना ना। तुसीं जिहड़ी भी अकैडमी तो पढ़ते हो, जिथों भी पढ़ते हो, अगर अखबार पढ़ते हो, न्यूज़पेपर पढ़ते हो तो वैरी गुड है। अगर तुसीं किसी भी एप्लीकेशन प्लेटफॉर्म नूं जिहड़ा हैगा तुसीं जो ऑब्जर्व कर दो जां कह लो भी फॉलो करते हो, तुसीं उत्थों ही पढ़ना, होर कितों ज़्यादा करन दी लोड़ नहीं हैगी, राइट हो गया। करंट अफेयर हो गए तुहाडे। बाकी जीके दा विच जो तुहाडा जिवें कह लो भी हिस्टरी होगी, ये सब तो ज़्यादा आउण दे आसार पूरे पूरे आ। इस तो बाद पॉलिटी होगी, ये सब तो ज़्यादा आउणगे, राइट है। एंड इस तो बाद तुहाडी जियोग्राफी होगी, राइट है। ये 3 ही सबजैक्ट है जिहड़े तुहानूं ज़्यादा मिलणगे पेपर दे विच, ते नाल फिर कर लो पंजाब जीके।
पंजाब जीके, ठीक है। 2018 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਸ਼ਾयਦ ਮੇਬੀ ਨਿਕਲੀ ਸੀ 1 ਸਾਲ ਪਹਿਲਾਂ ਕੋਆਪਰੇਟਿਵ ਇੰਸਪੈਕਟਰ ਦੀ, ਤਾਂ ਉਦੋਂ ਵੀ ਪੂਰੀ ਡਿਟੇਲ ਦੇ ਵਿੱਚ ਇਸੇ ਸਿਲੇਬਸ ਨੂੰ ਹੀ ਆਪਾਂ ਫੋਲੋ ਕੀਤਾ ਸੀ ਤੇ ਯਕੀਨ ਮੰਨੋ ਕਿ ਉਦੋਂ ਸਾਰੇ ਕੁਐਸਚਨ ਉਹੀ ਆਏ ਸੀ ਜੋ ਆਪਾਂ ਕੀਤੇ ਆ, ਰਾਈਟ। ਪਰ ਉਹੀ ਗੱਲ ਆ ਵੀ ਕਿਉਂਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜਾ ਪੇਪਰ ਦਾ ਲੈਵਲ ਆ ਥੋੜਾ ਜਿਹਾ ਵਧਦਾ ਜਾਂਦਾ, ਕਿਉਂਕਿ ਕੰਪੀਟੀਸ਼ਨ ਹੋ ਗਿਆ, ਬਹੁਤ ਸਾਰੀ ਅਵੇਅਰਨੈਸ ਹੋ ਗਈ, ਤਾਂ ਹੁਣ ਕੰਪੀਟੀਸ਼ਨ ਦਾ ਲੈਵਲ ਆ ਜਿਹੜਾ ਉਹ ਥੋੜਾ ਜਿਹਾ ਹਾਈ ਹੋ ਗਿਆ। ਸੋ ਉਸ ਤਰੀਕੇ ਨਾਲ ਪੜ੍ਹਨ ਦੀ ਤੁਹਾਨੂੰ ਲੋੜ ਹੈਗੀ, ਤੁਸੀਂ ਸਾਰੇ ਬਾਕੀ ਸਿਆਣੇ ਹੋ, ਠੀਕ ਹੈ। ਮੈਂ ਫੇਰ ਕਹਿ ਰਿਹਾ ਕਿ ਮੈਂ ਪ੍ਰੋਪਰ ਡਿਟੇਲ ਇਹਦੀ ਅਲੱਗ ਤੋਂ ਲੈ ਕੇ ਆਉਂਗਾ, ਜਿਹਦੇ ਵਿੱਚ ਮੈਂ ਕੱਲੀ ਜੋ ਬੁੱਕ ਲਿਸਟ ਆ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ, ਹਾਲਾਂਕਿ ਨਾਇਬ ਤਹਿਸੀਲਦਾਰ ਵਾਸਤੇ ਮੈਂ ਦੱਸੀ ਹੋਈ ਹੈ, ਸੇਮ ਹੀ ਤੁਸੀਂ ਬੁੱਕ ਲਿਸਟ ਉਹ ਚੱਕ ਸਕਦੇ ਹੋ, ਰਾਈਟ। ਬਾਕੀ ਫਿਰ ਉਹੀ ਗੱਲ ਆ ਵੀ ਮੈਂ ਪ੍ਰੋਪਰ ਜਦੋਂ ਕੋਰਸ ਕ੍ਰੀਏਟ ਕਰੂੰਗਾ ਉਹਦੀ ਪ੍ਰੋਪਰ ਵੀਡੀਓ ਪਾਉਂਗਾ। ਐਪਲੀਕੇਸ਼ਨ ਤੁਸੀਂ ਇੰਸਟਾਲ ਕਰ ਲਓ, ਤੁਹਾਨੂੰ ਉੱਥੇ ਜਾਣਕਾਰੀ YouTube ਤੋਂ ਵੀ ਪਹਿਲਾਂ ਮਿਲ ਜੂਗੀ, ਰਾਈਟ। ਤੇ ਬਾਕੀ ਫਿਰ ਉਹੀ ਗੱਲਾਂ ਬਾਤਾਂ ਮੈਂ ਸਾਰੀਆਂ ਕਰੂੰਗਾ, ਰਾਈਟ। ਫੀਸ ਸਟਰਕਚਰ ਵਗੈਰਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਣਾ। ਤੇ ਬਾਕੀ ਉਹੀ ਗੱਲ ਆ ਵੀ ਭਾਈ ਤਿਆਰੀ ਸ਼ੁਰੂ ਤੋਂ ਹੀ ਹੁੰਦੀ ਆ, ਨਾ ਕਿ ਜਦੋਂ ਕੋਈ ਨਾ ਹਜੇ ਤਾਂ ਫਾਰਮ ਨਿਕਲੂਗਾ, ਹਜੇ ਤਾਂ ਇਲੈਕਸ਼ਨਾਂ ਹੋਣਗੀਆਂ ਫਿਰ ਦੇਖਾਂਗੇ, ਫਿਰ ਇਹੋ ਜਿਹਾ ਕੁਛ ਨਹੀਂ, ਠੀਕ ਹੈ। ਫਿਰ ਨਾਇਬ ਤਹਿਸੀਲਦਾਰ ਵਾਲੇ ਵੀ ਹਜੇ ਤੱਕ ਤਿਆਰੀ ਉਹਨਾਂ ਦੀ ਨਹੀਂ ਹੋਈ, ਉਹ ਹਜੇ ਤੱਕ ਕਹਿੰਦੇ ਵੀ ਸਾਡਾ ਕੰਪਲੀਟ ਨਹੀਂ ਹੋਇਆ ਸਿਲੇਬਸ ਤੇ ਨਾਲੇ ਸਾਲ ਹੋ ਗਿਆ, ਰਾਈਟ। ਤੇ ਫਿਰ ਤੁਸੀਂ ਕੋਆਪਰੇਟਿਵ ਇੰਸਪੈਕਟਰ ਦੇ ਵਿੱਚ ਵੀ ਆਹੀ ਕੁਛ ਕਰੋਗੇ। ਹੁਣ ਤਾਂ ਪੋਸਟਾਂ ਵੀ ਆ, ਪੋਸਟਾਂ ਕਿੰਨੀਆਂ ਜ਼ਿਆਦਾ ਪੋਸਟਾਂ ਆਈਆਂ, ਰਾਈਟ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਅੱਛਾ ਤੁਹਾਨੂੰ ਮੈਂ ਪੋਸਟਾਂ, ਮੈਨੂੰ ਲੱਗਦਾ ਮੈਂ ਇਹੀ ਮੰਨ ਗਿਆ ਕਿ ਤੁਹਾਨੂੰ ਪੋਸਟਾਂ ਬਾਰੇ ਪਤਾ ਹੋਊਗਾ, ਰਾਈਟ। ਵੀ ਪੋਸਟਾਂ ਕਿੰਨੀਆਂ ਇੱਕ ਵਾਰੀ ਦੇਖ ਲਓ ਭਾਈ, ਠੀਕ ਹੈ, ਕਿ ਪੋਸਟਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਕਿੰਨੀਆਂ ਉਹ, ਠੀਕ ਹੈ। ਆਹ ਜਨਰਲ ਦੀਆਂ 125 ਪੋਸਟਾਂ ਦੇਖ ਲਓ, ਠੀਕ ਹੈ। ਤੇ ਜੋ ਰਿਜ਼ਰਵਡ ਫॉर ਵੂਮਨ ਆਊਟ ਆਫ ਟੋਟਲ ਨੰਬਰ ਆਫ ਪੋਸਟ 35 ਪੋਸਟਾਂ, ਯਾਨੀ 125 ਚੋਂ 35 ਤੁਸੀਂ ਕੱਢ ਦਿਓ, ਬਾਕੀ ਅਦਰ ਜੋ ਜਨਰਲ ਦੇ ਵਿੱਚ ਰਹਿ ਜਾਣਗੇ। ਬਾਕੀ ਐਕਸ ਸਰਵਿਸਮੈਨ ਹੈ LDSM ਜਿਹੜਾ ਹੈਗਾ ਤੁਹਾਡੀ 23 ਆ, ਉਹਦੇ ਵਿੱਚੋਂ 13 ਹੋ ਗਈਆਂ, ਠੀਕ ਹੈ। ਵਾਰਡਸ ਆਫ ਫਰੀडम ਫਾਈਟਰ ਹੋ ਗਿਆ 3 ਹੋ ਗਈ, ਯਾਨੀ ਟੋਟਲ ਵੈਕੈਂਸੀਆਂ ਜਿਹੜੀਆਂ ਹੈਗੀਆਂ ਭਾਈ ਤੁਹਾਡੀਆਂ ਐਵੇਂ ਕਰਦੇ ਕਰਾਉਂਦੇ ਸ਼ਡਿਊਲ ਕਾਸਟ 32 ਹੋ ਗਈਆਂ, SC ਇਹ ਤੁਸੀਂ ਨੋਟੀਫਿਕੇਸ਼ਨ ਦੇਖ ਲਓ ਟੈਲੀਗ੍ਰਾਮ ਤੇ ਜਾ ਕੇ, ਟੋਟਲ ਪੋਸਟਾਂ 320 ਆ, 107 ਵੂਮਨ ਰਿਜ਼ਰਵਡ ਵਾਸਤੇ ਹੋ ਗਈਆਂ, ਠੀਕ ਹੈ। ਸੋ ਭਾਈ ਇਹ ਪੋਸਟਾਂ ਕੋਈ ਘੱਟ ਨਹੀਂ ਹੈਗੀਆਂ ਮੇਰੇ ਹਿਸਾਬ ਦੇ ਨਾਲ, ਹੁਣ ਤੱਕ ਦੀਆਂ ਜਿੰਨੀਆਂ ਵੀ ਰਿਕਰੂਟਮੈਂਟ ਆ ਸਭ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਵੱਡੀਆਂ ਪੋਸਟਾਂ ਆਈਆਂ, ਠੀਕ ਹੈ। ਸੋ ਭਾਈ ਆਪਣਾ ਇਹ ਜੋ ਬੈਸਟ ਜਿਵੇਂ ਟਾਈਮ ਕਹਿੰਦੇ ਹੁੰਦੇ ਆ, ਇਸ ਨੂੰ ਯੂਟੀਲਾਈਜ਼ ਕਰੋ, ਇਸ ਤੋਂ ਵਧੀਆ ਮੌਕਾ ਤੁਹਾਡੇ ਵਾਸਤੇ ਨਹੀਂ ਹੋ ਸਕਦਾ। ਬਾਕੀ PSSB ਕਲਰਕ ਦੀ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਕਿ ਇਸ ਤੋਂ ਪਹਿਲਾਂ ਵੀ ਸੈਸ਼ਨ ਮੈਂ GK ਦੇ ਲੈ ਰਿਹਾ ਸੀ, ਮੈਥ ਦੇ ਲੈ ਰਿਹਾ ਸੀ, ਅੱਜ ਤੋਂ ਫਿਰ ਸ਼ਾਮ ਤੋਂ ਉਹ ਦੁਬਾਰਾ ਤੋਂ ਚੱਲ ਪੈਣਗੇ। ਮੈਂ ਇੱਕ ਵਾਰੀ ਰਿਕਰੂਟਮੈਂਟ ਦੱਸਣੀ ਸੀਗੀ, ਠੀਕ ਹੈ। ਤੇ ਆਪਾਂ ਹੋਰ ਨਵੀਆਂ ਵੀਡੀਓਜ਼ ਨਾਲ ਮਿਲਦੇ ਹਾਂ ਇਸੇ ਤਰੀਕੇ ਦੇ ਨਾਲ। ਬਾਕੀ ਐਪਲੀਕੇਸ਼ਨ ਇੰਸਟਾਲ ਕਰਕੇ ਰੱਖੋ ਤੇ ਤੁਹਾਨੂੰ ਕੋਰਸ ਵਗੈਰਾ ਮਿਲ ਜਾਣਗੇ, ਕਿਵੇਂ ਕੀ ਪੜ੍ਹਾਈ ਹੋਊਗੀ ਉਸ ਕੋਰਸ ਦੀ ਡਿਟੇਲ ਤੁਹਾਨੂੰ ਉਸੇ ਕੋਰਸ ਦੇ ਵਿੱਚ ਮਿਲੂਗੀ। ਬਾਏ ਬਾਏ, ਟੇਕ ਕੇਅਰ, ਤੇ ਆਪਾਂ ਹੋਰ ਨਵੀਆਂ ਵੀਡੀਓਜ਼ ਨਾਲ ਮਿਲਦੇ ਹਾਂ। ਥੈਂਕ ਯੂ ਵੈਰੀ ਮੱਚ।